ਨਗਰ ਨਿਵਾਸੀ ਹੁੰਦੇ ਆ ਉਹਨਾਂ ਦਾ ਫਰਜ਼ ਬਣਦਾ ਕਿ ਮੌਕੇ ਤੇ ਜਾਂ ਤਾਂ ਉਹਦੇ ਹੱਥ ਪੈਰ ਵੱਢ ਦਿੱਤੇ ਜਾਣ ਤੇ ਜਾਂ ਕਿਰਪਾਨ ਦੇ ਨਾਲ ਉਹਦਾ ਗਾਟਾ ਝਟਕਾ ਦਿੱਤਾ ਜਾਵੇ। ਕਿਉਂ ਮੱਥਾ ਟਿਕਾਣਾ ਸਾਡਾ ਫਰਜ਼ ਹੈ। ਜੇ ਅਸੀਂ ਉਹਨੂੰ ਮੱਥਾ ਨਹੀਂ ਟਿਕਾਉਂਦੇ ਤਾਂ ਅਸੀਂ ਦੋਸ਼ੀ ਬਣਦੇ ਆ। ਬੱਚੇ ਨੇ ਰੌਲਾ ਪਾਇਆ, ਕਹਿੰਦਾ ਡੈਡੀ ਜੀ ਆਇਓ ਗੁਰੂ ਸਾਹਿਬ ਦੀ ਇਹਨੇ ਬੇਅਬਦੀ ਕਰ ਦਿੱਤੀ। ਇੱਥੇ ਨਾਲੇ ਆ 6 ਕਿਲੋਮੀਟਰ ਦੇ ਪਿੰਡ ਜੱਲਾ, ਉੱਥੇ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਕੇ ਆਇਆ। ਉਹ ਬੰਦਾ ਮੱਥਾ ਟੇਕ ਕੇ ਮਹਾਰਾਜ ਤਾਬੇ ਜਾ ਕੇ ਬਹਿ ਗਿਆ। ਉਹਨੇ ਜਦੋਂ ਮਾਲਾ ਸਾਹਿਬ ਚੱਕਿਆ, ਉਹਨੇ ਸਭ ਤੋਂ ਪਹਿਲਾਂ ਉਹਨੇ ਅੰਗ ਪਾੜੇ ਮਹਾਰਾਜ ਦੇ। ਆਪਣੇ ਘਰ ਤੋਂ ਕਾਰ ਲੈ ਕੇ ਆਇਆ। ਕਾਰ ਲੈ ਕੇ ਉਸ ਤੋਂ ਬਾਅਦ ਉਸ ਬੰਦੇ ਨੂੰ ਇਹ ਪਤਾ ਕਿ ਮੈਂ ਬੇਅਦਬੀ ਕਰਕੇ ਸਟਾਰਟ ਕਾਰ ਦੇ ਵਿੱਚ ਬੈਠ ਕੇ ਭੱਜਣਾ। ਇਹ ਮੰਦਬੁੱਧੀ ਵਾਲੀਆਂ ਗੱਲਾਂ ਨਹੀਂ ਹੈਗੀਆਂ, ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਦੇ ਵਿੱਚ, ਜਿੱਥੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਦੂਸਰਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕਾਫੀ ਦਿਨ ਪਹਿਲਾਂ ਤੂਰਾ ਪਿੰਡ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਇੱਕ ਵਾਰ ਫੇਰ ਪਿੰਡ ਤਰਖਾਣ ਮਾਜਰਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਸੰਗਤ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ। ਸੋ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਲਕੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਦੇ ਚਰਨਾਂ 'ਚ ਬੇਨਤੀ ਹੈ, ਪਤਾ ਹੀ ਹੈ ਸਾਰੇ ਸੰਸਾਰ ਨੂੰ, ਜੋ ਕਿ ਕੱਲ੍ਹ ਦਿਨ ਸੋਮਵਾਰ ਤਕਰੀਬਨ 10:54 ਤੇ ਇਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸ਼ਰਾਰਤੀ ਬੰਦਾ ਆਇਆ, ਜਿਸ ਬੰਦੇ ਇਸ ਨਾਭੇ ਵੱਲੋਂ ਆਇਆ ਹੈ ਗੱਡੀ ਲੈ ਕੇ। ਰੋਡ 'ਤੇ ਉਹਨੇ ਗੱਡੀ ਸਟਾਰਟ ਕੀਤੀ ਗਈ ਹੈ, ਸਟਾਰਟ ਹੈ ਗੱਡੀ। ਉਹ ਜਦੋਂ ਅੰਦਰ ਗੇਟ ਦੇ ਵਿੱਚ ਆਇਆ ਆ ਕੇ ਸਿੱਧਾ, ਅਸੀਂ ਦੋ ਮੇਰੇ ਨਾਲ ਬਜ਼ੁਰਗ ਬੈਠੇ ਸੀ ਜਿਨ੍ਹਾਂ ਦਾ ਨਾਮ ਲਾਭ ਸਿੰਘ, ਭਗਤ ਸਿੰਘ, ਅਸੀਂ ਇੱਥੇ ਜਿੱਥੇ ਹੁਣ ਅਸੀਂ ਬੋਲ ਰਹੇ ਇੱਥੇ ਬੈਠੇ ਸੀ। ਉਹਨਾਂ ਨੇ ਆ ਕੇ ਪੁੱਛਿਆ, ਬਾਬਾ ਜੀ ਮੱਥਾ ਟੇਕਣਾ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਹੱਥ ਮੂੰਹ ਧੋ ਕੇ ਆ। ਉਹ ਤੋਂ ਬਾਅਦ ਦਰਬਾਰ ਸਾਹਿਬ ਨੂੰ ਲੌਕ ਲੱਗਿਆ ਹੋਇਆ ਸੀ। ਉਸ ਬੰਦੇ ਨੇ ਆ ਕੇ ਪਹਿਲਾਂ ਲੌਕ ਨੂੰ ਹੱਥ ਪਾਇਆ, ਲੌਕ ਤਾਂ ਲੱਗਿਆ ਹੋਇਆ ਸੀ, ਉਹਨਾਂ ਦਾ ਕੀ ਖੁੱਲ੍ਹਣਾ ਸੀ। ਉਹ ਤੋਂ ਬਾਅਦ ਦੂਜੀ ਸਾਈਡ 'ਤੇ ਜਾਲੀ ਵਾਲਾ ਦਰਵਾਜ਼ਾ, ਉਹਨੂੰ ਵੀ ਉਹਨੇ ਹੱਥ ਪਾਉਣ ਦੀ ਕੋਸ਼ਿਸ਼ ਕਰੀ, ਉਹ ਵੀ ਅੰਦਰੋਂ ਬੰਦ ਸੀ। ਦੇਖੋ ਸਾਧ ਸੰਗਤ ਜੀ, ਇੱਕ ਬੇਨਤੀ ਆਪ ਸਾਰੇ ਜਾਣੀ ਜਾਣੋ ਕਿ ਜੋ ਗੁਰੂ ਸਾਹਿਬ ਦੀ ਮਰਿਆਦਾ, ਆਪਾਂ ਉਹਨਾਂ ਤੋਂ ਆਊਟ ਨਹੀਂ ਹੋ ਸਕਦੇ, ਬਾਹਰ ਨਹੀਂ ਜਾ ਸਕਦੇ। ਕਿਉਂ ਮੱਥਾ ਟਿਕਾਣਾ ਸਾਡਾ ਫਰਜ਼ ਹੈ। ਜੇ ਅਸੀਂ ਉਹਨੂੰ ਮੱਥਾ ਨਹੀਂ ਟਿਕਾਉਂਦੇ ਤਾਂ ਅਸੀਂ ਦੋਸ਼ੀ ਬਣਦੇ ਆ। ਹੋ ਸਕਦਾ ਮੱਥੇ 'ਤੇ ਤਾਂ ਕਿਸੇ ਦੇ ਵੀ ਨਹੀਂ ਲਿਖਿਆ ਹੁੰਦਾ। ਸਾਧ ਸੰਗਤ ਜੀ, ਮੈਂ ਆਪਣੇ ਬੇਟਾ ਮਨਜੋਤ ਸਿੰਘ ਇਹਨਾਂ ਦਾ ਨਾਂ, ਇਹਨਾਂ ਨੂੰ ਆਵਾਜ਼ ਮਾਰੀ, ਮੈਂ ਬਨੈਣ ਹੀ ਪਾਈ ਹੋਈ ਸੀ, ਅਤੇ ਮੈਂ ਇਹਨੂੰ ਕਿਹਾ ਬੇਟਾ ਵੀ ਇਹਨੂੰ ਮੱਥਾ ਟਿਕਾ ਦੇ। ਇਹਨਾਂ ਨੇ ਲੌਕ ਖੋਲ੍ਹਿਆ, ਲੌਕ ਖੋਲ੍ਹ ਕੇ ਉਸੇ ਦਰਵਾਜ਼ੇ ਨੂੰ, ਜਿਵੇਂ ਆਪਾਂ ਲੌਕ ਫਸਾ ਦਿੰਦੇ ਚਾਬੀ ਨੂੰ, ਗੇੜਾ ਦੇ ਰਹੇ ਨੇ, ਚਾਬੀ 2 ਵਾਰੀ ਸਲਿੱਪ ਹੋ ਗਈ। ਉਹ ਤੋਂ ਬਾਅਦ ਇੰਨੇ ਨੂੰ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਜਾ ਕੇ ਬੈਠ ਚੁੱਕਿਆ। ਜਦ ਇਹਨੇ ਦੇਖਿਆ ਵੀ ਤਾਬੇ ਬਹਿ ਗਿਆ, ਬੱਚੇ ਨੇ ਰੌਲਾ ਪਾਇਆ, ਕਹਿੰਦਾ ਡੈਡੀ ਜੀ ਆਇਓ ਗੁਰੂ ਸਾਹਿਬ ਦੀ ਇਹਨੇ ਬੇਅਬਦੀ ਕਰ ਦਿੱਤੀ। ਉਹ ਤੋਂ ਬਾਅਦ ਇਹਨਾਂ ਨੇ ਉਹਦੇ ਗਲ ਫੜ ਕੇ ਕਾਲਰ, ਉਹਨੂੰ ਕੰਧ ਨਾਲ ਮਾਰਿਆ। ਸਾਧ ਸੰਗਤ ਜੀ, ਉਹ ਤੋਂ ਬਾਅਦ ਅਸੀਂ ਵੀ ਅੰਦਰ ਚਲੇ ਗਏ, ਹੋਰ ਸੰਗਤ, ਬਹੁਤ ਜ਼ਿਆਦਾ ਸੰਗਤ ਆ ਗਈ, ਉਹਦਾ ਕਟਾਪਾ ਚੜ੍ਹਿਆ ਗਿਆ ਵੱਧ ਤੋਂ ਵੱਧ ਜਿੰਨਾ ਕਹਿ ਸਕਦੇ ਹਾਂ। ਪਰ ਉਸ ਬੰਦੇ ਨੇ ਦੱਸਿਆ ਕੁਛ ਨਹੀਂ, ਮੈਨੂੰ ਕਿਹਨੇ ਭੇਜਿਆ, ਕਿੱਥੋਂ ਮੈਂ ਆਇਆ। ਉਹ ਤੋਂ ਪਹਿਲਾਂ ਇੱਕ ਇੱਥੇ ਨਾਲੇ ਆ 6 ਕਿਲੋਮੀਟਰ ਦੇ ਪਿੰਡ ਜੱਲਾ, ਉੱਥੇ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆਇਆ। ਇਹ ਬਾਅਦ 'ਚ ਪਤਾ ਲੱਗਿਆ। ਇੰਨੀ ਕੁ ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਾਂਗੇ ਮਨਜੋਤ ਸਿੰਘ ਜੀ ਨਾਲ, ਜਿਨ੍ਹਾਂ ਨੇ ਇਹ ਸਾਰੀ ਜਿਹੜੀ ਹੈ ਘਟਨਾ ਆਪਣੀ ਅੱਖੀਂ ਦੇਖੀ ਹੈ। ਕੀ ਹੋਇਆ ਸੀ ਜੀ, ਉਹ ਸਾਰਾ ਕੁਝ ਤੁਸੀਂ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇੱਥੇ ਹੋਇਆ ਸੀਗਾ ਜੀ ਵੀ ਸਭ ਤੋਂ ਪਹਿਲਾਂ ਬਾਬਾ ਜੀ ਨੇ ਮੈਨੂੰ ਬੁਲਾਇਆ ਵੀ ਕੋਈ ਬੰਦਾ ਬਾਹਰ ਮੱਥਾ ਟੇਕਣ ਵਾਸਤੇ ਆਇਆ, ਅਤੇ ਮੈਂ ਚਾਬੀ ਲੈ ਕੇ, ਚਾਬੀ ਮੇਰੇ ਕੋਲ ਸੀਗੀ, ਮੈਂ ਲੌਕ ਖੋਲ੍ਹਿਆ। ਹਜੇ ਮੈਂ ਲੌਕ ਵਿੱਚ ਫਸਾਉਂਦਾ ਸੀਗਾ, ਉਹ ਬੰਦਾ ਮੱਥਾ ਟੇਕ ਕੇ ਮਹਾਰਾਜ ਤਾਬੇ ਜਾ ਕੇ ਬਹਿ ਗਿਆ। ਉਹਨੇ ਜਦੋਂ ਮਾਲਾ ਸਾਹਿਬ ਚੱਕਿਆ, ਉਹਨੇ ਸਭ ਤੋਂ ਪਹਿਲਾਂ ਉਹਨੇ ਅੰਗ ਪਾੜੇ ਮਹਾਰਾਜ ਦੇ। ਜਦੋਂ ਮੈਂ ਦੇਖ ਲਿਆ ਵੀ ਚਲੋ ਬੰਦਾ ਉੱਪਰ ਰੋਡਾ ਬੰਦਾ ਤਾਬੇ ਬੈਠਾ, ਕਰਦਾ ਕੀ ਹੈ ਇਹ, ਮੈਂ ਗਿਆ।
ਉਹਦੇ ਪੈਰ ਦੇ ਉੱਪਰ 2 ਅੰਗ ਪਏ ਸੀਗੇ ਵੀ ਮੈਂ ਉਹਨੂੰ ਗਲ ਤੋਂ ਉੱਥੇ ਜਦੋਂ ਫੜ ਲਿਆ ਉਹਨੂੰ ਮੈਂ ਤੂੰ ਕਰਦਾ ਕਿ ਤੂੰ ਅੰਗ ਕਾਹਦੇ ਪਾੜੇ ਨੇ। ਉਸਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ 'ਚ, ਮੈਨੂੰ ਉਹਨੇ ਧੱਕਾ ਮਾਰਿਆ। ਜੇ ਉਸਦੇ ਕੋਲ ਹਥਿਆਰ ਵੀ ਸੀਗਾ, ਉਹ ਰੱਬ ਜਾਣਦਾ ਵੀ ਕੀ ਸੀ, ਚਾਕੂ ਸੀ, ਕੀ ਸੀ ਉਹਦੇ ਕੋਲ। ਉਹਨੇ ਆਪਣੇ ਜੇਬ 'ਚ ਹੱਥ ਪਾਇਆ, ਉਹ ਮੈਂ ਜਿੱਥੇ ਜੇਬ 'ਚ ਹੱਥ ਪਾਇਆ ਮੈਂ ਉਹੀ ਹੱਥ ਉਹਦਾ ਫੜ ਲਿਆ ਸੀਗਾ। ਉਸ ਤੋਂ ਬਾਅਦ ਉਹਦੀ ਬਾਂਹ ਮਰੋੜੀ, ਉਹਦੇ ਮੁੱਕੇ ਮੈਂ ਕਾਫੀ ਕੁਝ ਥੱਪੜ ਮਾਰਿਆ ਅਤੇ ਉਹ ਮੈਂ ਚੱਕ ਕੇ ਕੰਧ ਨਾਲ ਮਾਰਿਆ। ਉਹ ਤੋਂ ਬਾਅਦ ਮੇਰੇ ਡੈਡੀ ਮਲਕੀਤ ਸਿੰਘ ਨੇ ਉਹਨੂੰ ਹਾਜ਼ ਮਾਰੀ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਹੈ ਜੀ, 2 ਮੁੰਡੇ ਉੱਥੇ ਬੈਠੇ ਸੀਗੇ। ਮੈਂ ਉਹਨੂੰ ਬੁਲਾਇਆ, ਮੈਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਤੁਸੀਂ ਜਲਦ ਤੋਂ ਜਲਦ ਗੁਰਦੁਆਰਾ ਸਾਹਿਬ ਵੀ ਪਹੁੰਚੋ। ਹਾਂਜੀ, ਗੱਡੀ ਉਹਦੀ ਸਟਾਰਟ ਸੀਗੀ। ਉਸ ਨੂੰ ਐਂ ਸੀਗਾ ਵੀ ਮੈਂ ਬੇਅਦਬੀ ਕਰਕੇ ਲੰਘ ਜੂੰਗਾ, ਵੀ ਮੈਂ ਗੱਡੀ ਸਟਾਰਟ ਆ ਵੀ ਮੈਂ ਇੱਥੋਂ ਲੰਘ ਜੂੰਗਾ ਵੈ, ਪਰ ਉਹ ਨਾਕਾਮਯਾਬ ਹੋ ਸਕਿਆ। ਕਿਹੜੀ ਗੱਡੀ ਦੇ ਵਿੱਚ ਆਏ ਸੀ? ਗੱਡੀ ਸਵਿਫਟ ਸੀਗੀ ਉਹਦੀ ਜੀ, PB 34 ਨੰਬਰ ਸੀਗਾ, 7277। ਹਾਂਜੀ ਜੀ ਕਿਹਾ ਜਾ ਰਿਹਾ ਕਿ ਉਹ ਮੰਦਬੁੱਧੀ ਸੀਗਾ, ਮਤਲਬ ਇਹ ਜਿਹੜੀ ਰੀਜ਼ਨ ਦਿੱਤਾ ਜਾ ਰਿਹਾ ਹੈ ਵੀ ਉਹ ਮੰਦਬੁੱਧੀ ਸੀ। ਮੱਦਬੁੱਧੀ ਨਹੀਂ ਕਹਿ ਸਕਦੇ ਭਾਈ, ਆ ਉਹਨੂੰ ਆਪਾਂ ਜਿਹੜਾ ਬੰਦਾ ਨਾਭੇ ਤੋਂ ਗੱਡੀ ਚਲਾ ਕੇ 2 ਨਹਿਰਾਂ ਪੈਂਦੀਆਂ ਨੇ ਉਹ ਉੱਥੋਂ ਆ ਸਕਦਾ, ਉਹਨੂੰ ਆਪਾਂ ਇਹ ਗੱਲ ਕਹਿ ਸਕਦੇ ਉਹ ਬਿਲਕੁਲ ਸਹੀ ਦਾ ਬੰਦਾ। ਉਹ ਬੇਨਤੀ ਆ ਸਾਧ ਸੰਗਤ ਜੀ ਨੂੰ, ਬਿਲਕੁਲ ਬੰਦਾ ਸਹੀ ਸੀ। ਨਾਭੇ ਤੋਂ ਜਿਹੜਾ ਬੰਦਾ ਗੱਡੀ ਚਲਾ ਕੇ ਭਾਰਸੋਂ ਤੋਂ ਲਾ ਲਓ, ਚਲੋ ਭਾਰਸੋਂ ਤੋਂ ਗੱਡੀ ਚਲਾ ਕੇ ਆ ਸਕਦਾ, ਰਸਤੇ 'ਤੇ 2 GT ਰੋਡ ਵੀ ਚੱਲਦਾ, 2 ਨਹਿਰਾਂ ਵੀ ਪੈਂਦੀਆਂ ਨੇ, ਉੱਥੇ ਨਹੀਂ ਉਹਨੂੰ ਕੁਛ ਹੋਇਆ, ਉਹਨੂੰ ਕੁਛ ਨਹੀਂ ਹੋਇਆ ਸੀ। ਸਾਧ ਸੰਗਤ ਜੀ ਉਹਦਾ ਇੱਕ ਪਿੱਛੋਂ ਜੋ ਕਿਸੇ ਦਾ ਵੀ ਹੱਥ ਹੈ, ਹਾਂ ਬਸ ਇਹ ਬੇਨਤੀ ਪ੍ਰਵਾਨ ਕਰੋ। ਜੋ ਬੰਦੇ ਨੇ ਸ਼ਰਾਰਤ ਕਰੀ ਹੈ ਬਹੁਤ ਜ਼ਿਆਦਾ ਮਾੜੀ ਸ਼ਰਾਰਤ ਹੋਈ ਆ। ਇਸ ਤਰ੍ਹਾਂ ਇਹਨਾਂ ਦਾ ਵੱਧ ਤੋਂ ਵੱਧ ਦਾ ਹੱਲ ਹੋਣਾ ਚਾਹੀਦਾ। ਇਹ ਕਿਸੇ ਵੀ ਜਾ ਕੇ ਦਰਬਾਰ ਸਾਹਿਬ, ਕਿਸੇ ਗੁਰਦੁਆਰਾ ਸਾਹਿਬ ਬੇਅਦਬੀ ਨਾ ਇਸ ਤਰ੍ਹਾਂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਜੀ ਇਹ ਇੱਕ ਸਾਜ਼ਿਸ਼ ਘਟੀ ਗਈ ਸੀਗੀ ਜਾਂ ਫਿਰ ਕੀ ਹੋ ਸਕਦਾ ਹੈ? ਕਿਉਂਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਕਿਸਾਨਾਂ ਦੇ ਧਰਨੇ ਚੱਲ ਰਹੇ ਨੇ ਉਹਨਾਂ ਤੋਂ ਧਿਆਨ ਭਟਕਾਉਣ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਇਹ ਬੰਦਾ ਜਿਹੜਾ ਹੈਗਾ ਆਪਣੇ ਇੱਧਰੋਂ ਨਾਭੇ ਵੱਲੋਂ ਆਇਆ, ਔਰ ਜਿਵੇਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਇਹ ਜੱਲੇ ਪਿੰਡ ਦੇ ਵਿੱਚ ਵੀ ਬੇਅਦਬੀ ਕਰਕੇ ਆਇਆ, ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ। ਜਦੋਂ ਉਹਦੀ ਇੰਟੈਰੋਗੇਸ਼ਨ ਸਾਡੇ ਸਾਹਮਣੇ ਹੀ ਹੋਈ ਆ, ਉਹ ਆਪ ਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਮੰਨਿਆ ਵੀ ਮੈਂ 3 ਜਗ੍ਹਾ ਇਹ ਕੀਤੀ ਹੈ, ਇੱਕ ਜਗ੍ਹਾ ਮੈਂ ਕਰ ਨਹੀਂ ਸਕਿਆ ਅਤੇ 2 ਜਗ੍ਹਾ ਮੈਂ ਕਰਕੇ ਆਇਆ। ਸੋ ਉਸ ਤੋਂ ਬਾਅਦ ਉਹਦੀ ਇੰਟੈਰੋਗੇਸ਼ਨ ਵੀ ਹੋਈ ਆ। ਇੰਟੈਰੋਗੇਸ਼ਨ ਦੇ ਵਿੱਚ ਉਹ ਮੰਨਿਆ ਵੀ ਹਾਂ ਮੈਂ ਕੀਤੀ ਆ। ਔਰ ਇਹ ਵੀ ਹਲੇ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਗੱਲ ਕਹਿਣੀ ਵੀ ਹਲੇ ਮਤਲਬ ਵਾਜਬ ਨਹੀਂ ਮੈਂ ਸਮਝਦਾ ਹੈਗਾ ਵੀ ਇਹਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸੇ ਏਜੰਸੀ ਦਾ ਹੱਥ ਹੈ। ਇਹ ਐਵੇਂ ਨਹੀਂ ਹੈਗਾ ਕਿ ਜੇ ਆਪਾਂ ਮੰਦਬੁੱਧੀ ਵਾਲੀ ਗੱਲ ਕਰ ਦਈਏ, ਮੰਦਬੁੱਧੀ ਵਾਲੀ ਕੋਈ ਗੱਲ ਨਹੀਂ ਹੈਗੀ। ਉਹ ਬੰਦਾ ਆਪਣੇ ਘਰ ਤੋਂ ਕਾਰ ਲੈ ਕੇ ਆਇਆ, ਕਾਰ ਲੈ ਕੇ ਉਸ ਤੋਂ ਬਾਅਦ ਉਸ ਬੰਦੇ ਨੂੰ ਇਹ ਪਤਾ ਕਿ ਮੈਂ ਬੇਅਦਬੀ ਕਰਕੇ ਸਟਾਰਟ ਕਾਰ ਦੇ ਵਿੱਚ ਬੈਠ ਕੇ ਭੱਜਣਾ। ਇਹ ਮੰਦਬੁੱਧੀ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੈ। ਔਰ ਸਾਜ਼ਿਸ਼ ਕੀ ਹੈ, ਇਹ ਹੁਣ ਮੇਰਾ ਖਿਆਲ ਕਹਿੰਦਾ ਵੀ ਉਹਨੇ ਨਸ਼ਾ ਵੀ ਇੰਨਾ ਕੀਤਾ ਵਾ ਸੀਗਾ, ਜਿਵੇਂ ਉਹ ਸਮੈਕ ਵਾਲਾ ਨਸ਼ਾ ਕੀਤਾ ਵਾ ਸੀਗਾ। ਕਿਉਂਕਿ ਕੱਲ੍ਹ ਅਸੀਂ ਸਾਰਾ ਦਿਨ ਉੱਥੇ ਹੀ ਰਹੇ ਹਾਂ ਕਿ ਉਹਨੂੰ ਆਪਣੇ ਆਪ ਦਾ ਹੀ ਨਹੀਂ ਸੀ ਪਤਾ ਮੈਂ ਕੀ ਮਤਲਬ ਖੜ੍ਹਾ ਹਾਂ ਜਾਂ ਬੈਠਾ ਹਾਂ, ਮੈਂ ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ। ਸੋ ਹੁਣ ਅਗਲੇ 12 ਘੰਟਿਆਂ ਬਾਅਦ 13 ਘੰਟਿਆਂ ਬਾਅਦ ਜਿਹੜਾ ਨਸ਼ਾ ਉਤਰੂਗਾ, ਉਤਰਨ ਤੋਂ ਬਾਅਦ ਉਹਦਾ ਪਤਾ ਲੱਗੂਗਾ ਵੀ ਉਹਨੇ ਕਿਸ ਦੇ ਕਹਿਣ 'ਤੇ ਕੀਤਾ। ਇਹ ਹੁਣ ਸਾਰੀ ਅਜੇ ਗੱਲ। ਇੱਕ ਹੋਰ ਸਵਾਲ ਖੜਾ ਹੁੰਦਾ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਲਗਾਤਾਰ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਪਿੰਡ ਤੂਰਾਂ ਦੇ ਵਿੱਚ ਵੀ ਇਹ ਜਿਹੜਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉੱਥੇ ਵੀ ਇਹੀ ਕਿਹਾ ਗਿਆ ਸੀ ਕਿ ਜਿਹੜਾ ਇਹ ਵਿਅਕਤੀ ਹੈ ਇਹ ਮੰਦਬੁੱਧੀ ਹੈ। ਨਹੀਂ, ਇਹ ਗਲਤ ਗੱਲ ਹੈ। ਮੰਦਬੁੱਧ ਬੰਦਾ, ਇੱਕ ਮਿੰਟ, ਮੰਦਬੁੱਧ ਬੰਦਾ ਜਿਹੜਾ ਉਹ ਵੈਸੇ ਮੈਂ ਨਹੀਂ ਕਹਿੰਦਾ ਹੈਗਾ ਵੀ ਉੱਧਰ ਜਾਵੇ। ਮੰਦਬੁੱਧ ਬੰਦਾ ਜਿਹੜਾ ਉਹ ਕਿਸੇ ਮਸਜਿਦ 'ਚ ਨਹੀਂ ਵੜ ਜਾਂਦਾ। ਮੰਦਬੁੱਧ ਬੰਦਾ ਜਿਹੜਾ ਉਹ ਕਿਸੇ ਮੰਦਿਰ 'ਚ ਨਹੀਂ ਵੜ ਜਾਂਦਾ ਜਾਂ ਕਿਸੇ ਹੋਰ ਧਰਮ ਦੀ ਬੇਅਦਬੀ ਨਹੀਂ ਕਰਦਾ। ਉਹ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕਿਉਂ ਕਰਦੇ ਆ, ਔਰ ਖਾਸ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕਿਉਂ ਕਰਦੇ ਆ? ਇਹ ਮੰਦਬੁੱਧੀ ਵਾਲਾ ਕੋਈ ਮਾਮਲਾ ਨਹੀਂ ਹੈ। ਬਿਲਕੁਲ ਇਹੀ ਸਵਾਲ ਖੜਾ ਹੁੰਦਾ ਹੈ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਦਿਨੋਂ ਦਿਨ ਵਾਧਾ ਕਿਉਂ ਹੋ ਰਿਹਾ ਹੈ। ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬਾਨ ਅਮਰੀਕ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹੋਗੇ ਜੀ ਇਸ ਘਟਨਾ ਦੇ ਬਾਰੇ? ਬੜੀ ਮੰਦਭਾਗੀ ਘਟਨਾ ਵਾਪਰੀ ਹੈ ਤੇ ਦਿਨੋਂ ਦਿਨ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ, ਕੋਈ ਠੱਲ ਨਹੀਂ ਪੈ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ 5 ਸਾਲ 4 ਮਹੀਨੇ ਤੇ ਅੱਜ ਗੁਰਮੁਖੋ 13 ਦਿਨ ਹੋ ਗਿਆ। ਇਹ ਬੇਅਦਬੀ ਵਾਲੀਆਂ ਘਟਨਾਵਾਂ ਰੁਕਦੀਆਂ ਕਿਉਂ ਨਹੀਂ? ਅਸੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲੇ ਹੋ ਗਏ। ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ਮਾਨ ਹੁੰਦੇ ਗੁਰਦੁਆਰੇ ਸਾਹਿਬ ਦਾ ਨਾਮ ਦਿੱਤਾ ਜਾਂਦਾ, ਉੱਥੇ ਪਹਿਰੇਦਾਰੀ ਹੋਣੀ ਚਾਹੀਦੀ ਆ।
ਫਿਰ ਅਸੀਂ ਜਿਹੜੇ ਰਵਾਇਤੀ ਸ਼ਾਸਤਰ ਆ ਉਹਨਾਂ ਤੋਂ ਮੁਨਕਰ ਹੋ ਗਏ ਆ। ਆਪਣੇ ਜਿੰਨਾ ਚਿਰ ਅਸੀਂ ਫਰਜ਼ਾਂ ਦੀ ਸਾਂਭ ਸੰਭਾਲ ਪਾਲਣਾ ਨਹੀਂ ਕਰਦੇ ਉਹਨਾਂ ਚਿਰ ਗੁਰਮੁਖੋ ਬੇਅਦਬੀਆਂ ਕਦੇ ਵਾਸਤੇ ਨਹੀਂ ਰੁਕਣਗੀਆਂ। ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਸਨਮਾਨ ਬਰਕਰਾਰ ਰੱਖਣਾ, ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੁੰਦੀ ਆ ਉਹ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਆ, ਸੂਝਵਾਨ ਗ੍ਰੰਥੀ ਸਿੰਘ ਹੋਣਾ ਚਾਹੀਦਾ, ਦਿਨ ਅਤੇ ਰਾਤ ਦੀ ਪਹਿਰੇਦਾਰੀ ਹੋਣੀ ਚਾਹੀਦੀ ਹੈ। ਜਿਹੜਾ ਪਹਿਰੇਦਾਰ ਸਿੰਘ ਹੁੰਦਾ ਉਹਦੇ ਕੋਲੇ ਰਵਾਇਤੀ ਸ਼ਾਸਤਰ ਜਿਸ ਤਰ੍ਹਾਂ ਕਿ ਕਿਰਪਾਨ ਤੇ ਵਰਸ਼ਾ ਹੋਵੇ, ਜਦੋਂ ਦਿਨ ਤੇ ਰਾਤ ਦੀ 24 ਘੰਟਿਆਂ ਦੀ ਗੁਰਦੁਆਰਾ ਸਾਹਿਬ ਦੀ ਪਹਿਰੇਦਾਰੀ ਹੋਵੇਗੀ, ਉਸ ਦਿਨ ਮੇਰਾ ਨਿਸ਼ਚਾ ਮੇਰਾ ਵਿਸ਼ਵਾਸ ਅਵੱਛ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਅਸੀਂ ਗੁਰਮਤਿ ਦੇ ਅਸੂਲਾਂ ਤੇ ਪਹਿਰਾ ਦੇਈਏ, ਗੁਰਮਤਿ ਦੇ ਧਾਰਨੀ ਹੋਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤਾਨਦੇਹੀ ਕਰਕੇ ਪਹਿਰੇਦਾਰੀ ਕਰੀਏ ਤੇ ਅਵੱਛ ਜਿਹੜੀਆਂ ਬੇਅਦਬੀਆਂ ਨੇ ਉਹ ਰੁਕ ਜਾਣਗੀਆਂ। ਤੇ ਬੇਅਦਬੀਆਂ ਹੁੰਦੀਆਂ ਕਿਵੇਂ ਤੇ ਕਰਵਾਉਂਦਾ ਕੌਣ ਆ? ਗੁਰਮੁਖੋ ਇਹਨਾਂ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ, ਏਜੰਸੀਆਂ ਜਾਂ ਸੈਂਟਰ ਦੀਆਂ ਸਰਕਾਰਾਂ ਕਰਾਉਂਦੀਆਂ। ਮਿਸਾਲ ਦੇ ਤੌਰ ਤੇ ਅਸੀਂ ਨਹੀਂ ਚਾਹੁੰਦੇ ਕਿ ਮੰਦਰ ਦੀ ਬੇਅਦਬੀ ਹੋਵੇ, ਪਰ ਇਹ ਬੇਅਦਬੀ ਕਰਨ ਵਾਲਾ ਨਾ ਤਾਂ ਕਦੇ ਮਸਜਿਦ ਵਿੱਚ ਗਿਆ, ਨਾ ਕਦੇ ਮੰਦਰ ਵਿੱਚ ਤੇ ਨਾ ਕਦੇ ਗਿਰਜੇ ਘਰ ਵਿੱਚ ਗਿਆ, ਨਾ ਕਿਤੇ ਹੋਰ ਕਿਸੇ ਧਾਰਮਿਕ ਗ੍ਰੰਥ ਦੀ ਨਰਾਦਰੀ ਹੋਈ ਆ। ਅਸੀਂ ਨਹੀਂ ਚਾਹੁੰਦੇ ਕਿ ਮੰਦਰ, ਗਿਰਜਾ ਘਰ ਜਾਂ ਮਸਜਿਦ ਦੀ ਨਰਾਦਰੀ ਹੋਵੇ ਜਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਨਰਾਦਰੀ ਹੋਵੇ। ਗੁਰਮੁਖੋ ਇਹਨਾਂ ਦਾ ਸਮਾਨ ਜੁਗੋ ਜੁਗ ਅਟਲ ਰਹਿਣਾ ਚਾਹੀਦਾ, ਪਰ ਇਹਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਫਿਰਕੇ ਦੇ ਨਹੀਂ, ਇੱਕ ਧਰਮ ਦੇ ਨਹੀਂ, ਪਾਵਨ ਗੁਰਬਾਣੀ ਦੇ ਬਚਨ ਹਨ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਾਰੇ ਵਰਨਾਂ ਦੇ, ਵਿਸ਼ਵ ਦੀ ਸਮੁੱਚੀ ਲਕਾਈ ਦੇ ਇਹ ਸਾਂਝੇ ਗੁਰੂ ਆ। ਇਸ ਕਰਕੇ ਆਓ ਆਪਾਂ ਪਹਿਰੇਦਾਰੀ ਕਰੀਏ, ਜਿਹੜੇ ਸਾਡੇ ਰਵਾਇਤੀ ਅਸੂਲ ਆ ਉਹਨਾਂ ਦੀ ਪਾਲਣਾ ਕਰੀਏ। ਅਖੀਰ ਵਿੱਚ ਮੈਂ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਨੂੰ ਘਟਨਾ ਵੇਖਣ ਨੂੰ ਨਾ ਮਿਲੇ, ਪਰ ਜੇ ਕੋਈ ਦੁਸ਼ਟ ਬੰਦਾ ਇਹੋ ਜੀ ਘਟਨਾ ਨੂੰ ਅੰਜਾਮ ਦਿੰਦਾ ਤੇ ਜਿਹੜੇ ਗੁਰਦੁਆਰਾ ਸਾਹਿਬ ਇਹੋ ਜੀ ਘਟਨਾ ਵਾਪਰਦੀ ਆ, ਉੱਥੋਂ ਦੇ ਜਿਹੜੇ ਨਗਰ ਨਿਵਾਸੀ ਹੁੰਦੇ ਆ ਉਹਨਾਂ ਦਾ ਫਰਜ਼ ਬਣਦਾ ਕਿ ਮੌਕੇ ਤੇ ਜਾਂ ਤਾਂ ਉਹਦੇ ਹੱਥ ਪੈਰ ਵੱਢ ਦਿੱਤੇ ਜਾਣ ਤੇ ਜਾਂ ਕਿਰਪਾਨ ਦੇ ਨਾਲ ਉਹਦਾ ਗਾਟਾ ਝਟਕਾ ਦਿੱਤਾ ਜਾਵੇ। ਜੇਕਰ ਆਪਾਂ ਘਟਨਾਵਾਂ ਰੋਕਣੀਆਂ, ਜੇਕਰ ਆਪਾਂ ਇਹਨਾਂ ਕਦਮਾਂ ਤੇ ਨਾ ਚੱਲੇ, ਇਹਨਾਂ ਅਸੂਲਾਂ ਤੇ ਪਹਿਰਾ ਨਾ ਦਿੱਤਾ, ਕਿਉਂਕਿ ਆਸਾ ਜੀ ਦੀ ਵਾਰ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਆਪਣ ਹੱਥੀਂ ਆਪਣਾ ਆਪ ਹੀ ਕਾਜ ਸਵਾਰੀਆ ਗੁਰਸਿੱਖੋ। ਜਿੰਨਾ ਚਿਰ ਆਪਾਂ ਫਰਜ਼ਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਚਿਰ ਇਹ ਘਟਨਾਵਾਂ ਨਹੀਂ ਰੁਕਣੀਆਂ। ਜੇਕਰ ਇਹਨਾਂ ਘਟਨਾਵਾਂ ਨੂੰ ਆਪਾਂ ਰੋਕਣਾ ਤੇ ਆਪਣੇ ਫਰਜ਼ਾਂ ਤੇ ਆਪਾਂ ਨੂੰ ਪਹਿਰਾ ਦੇਣਾ ਪੈਣਾ। ਮੈਂ ਆਪਣੇ ਵੱਲੋਂ ਇੱਥੇ ਸਮੁੱਚੀ ਸੰਗਤ ਜਿੰਨੀ ਵੀ ਆਈ ਆ, ਮੀਡੀਆ ਵਾਲੇ ਵੀਰ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਤੱਕ ਸਮੂਹ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ, ਮੈਂ ਧੰਨਵਾਦ ਕਰਦਾ। ਵੇਖੋ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਨਾ ਤਾਂ ਪਹਿਲਾਂ ਸਜ਼ਾ ਦਿੰਦੀਆਂ ਸੀ ਦੋਸ਼ੀ ਨੂੰ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਸਰਕਾਰਾਂ ਪਾਲਦੀਆਂ, ਜਿਹੜੇ ਦੋਸ਼ੀ ਨੂੰ ਸਰਕਾਰ ਨੇ ਏਜੰਸੀਆਂ ਨੇ ਪਾਲਿਆ ਹੋਵੇ, ਮਿਸਾਲ ਦੇ ਤੌਰ ਤੇ ਮਾਤਾ ਪਿਤਾ ਆਪਣੇ ਬੱਚੇ ਨੂੰ ਕਦੇ ਸਜ਼ਾ ਦਿੰਦਾ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਦੋਸ਼ੀ ਇਹੋ ਜਿਹੇ ਜਿਹੜੇ ਦੁਸ਼ਟ ਬੰਦੇ ਹੁੰਦੇ ਆ ਸਰਕਾਰਾਂ ਤੇ ਏਜੰਸੀਆਂ ਦੀ ਉਪਦੇਸ਼ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਦਿੰਦੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਤੇ ਹੁਣ ਵੀ ਬੇਨਤੀ ਕਰਦਾ, ਜੇਕਰ ਆਪਾਂ ਰਵਾਇਤੀ ਅਸੂਲਾਂ ਤੇ ਗੁਰਮਤਿ ਦੇ ਧਾਰਨੀ ਬਣ ਕਰਕੇ ਨਾ ਪਹਿਰਾ ਦਿੱਤਾ, ਕਿਉਂਕਿ ਪਾਵਨ ਗੁਰਬਾਣੀ ਦੇ ਜਾਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਆ ਕਿ ਆਪਣੇ ਗੁਰੂ ਦੀ ਨਿੰਦਾ ਆਪਣੇ ਕੰਨਾਂ ਨਾਲ ਸੁਣਨੀ ਨਹੀਂ, ਅੱਖਾਂ ਨਾਲ ਵੇਖਣੀ ਨਹੀਂ। ਜਿਹੜਾ ਨਿੰਦਾ ਨਰਾਦਰੀ ਕਰਦਾ ਉਹਨੂੰ ਕਿਰਪਾਨ ਭੇਟਾ ਕਰ ਦੇਣਾ ਚਾਹੀਦਾ। ਆਪਾਂ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਪਾਲਣ ਕਰੀਏ, ਉਹਨਾਂ ਤੇ ਪਹਿਰਾ ਦੇਈਏ, ਤੇ ਜਦੋਂ ਅਸੀਂ ਪਹਿਰੇਦਾਰੀ ਕਰਨ ਲੱਗ ਪਏ ਇਹ ਬੇਅਦਬੀਆਂ ਜਿਹੜੀਆਂ ਉਦੋਂ ਅਵੱਛ ਰੁਕਣਗੀਆਂ। ਇਹ ਸ਼ਹੀਦਾਂ ਦੀ ਧਰਤੀ ਇਸ ਕਰਕੇ ਉਹਨਾਂ ਦੀ ਆਸਥਾ, ਉਹਨਾਂ ਦਾ ਨਿਸ਼ਚਾ ਹੈ ਕਿ ਅਸੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜਾ ਵਿਸ਼ਵਾਸ ਰੱਖਦਾ ਉਹਨਾਂ ਦਾ ਵਿਸ਼ਵਾਸ ਤੋੜਨਾ, ਇਹ ਆਪਣੇ ਜਿਹੜੇ ਕਾਰਨਾਮੇ ਆ ਆਪਣੇ ਕੀਤੇ ਅਕੀਦੇ ਦੇ ਉੱਪਰ ਪੂਰੇ ਨਹੀਂ ਉਤਰਨਗੇ। ਕਿਉਂਕਿ ਜਿਹੜਾ ਸਿੱਖ ਆ ਉਹਦੀ ਆਸਥਾ ਹੁੰਦੀ ਆ, ਭਾਵੇਂ ਉਹਦੇ ਕੇਸ ਦਾੜੀ ਕੱਟੇ ਆ, ਭਾਵੇਂ ਕੇਸ ਦਾੜੀ ਰੱਖੇ, ਭਾਵੇਂ ਅੰਮ੍ਰਿਤਧਾਰੀ ਆ, ਕਿਉਂਕਿ ਉਹਦੀ ਆਸਥਾ ਇੱਕ ਭਾਵਨਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜੁੜੀ ਹੁੰਦੀ ਆ। ਇਹ ਬੇਅਦਬੀਆਂ ਕਰਕੇ ਸਿੱਖਾਂ ਦੀਆਂ ਭਾਵਨਾ ਨਾਲ ਖਿਲਵਾੜ ਵੀ ਕਰਦੇ ਆ ਤੇ ਸਿੱਖਾਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਵੀ ਚਾਹੁੰਦੇ ਆ, ਪਰ ਆਪਣੇ ਮਿਸ਼ਨ ਵਿੱਚ ਇਹ ਕਦੇ ਵਾਸਤੇ ਕਾਮਯਾਬ ਨਹੀਂ ਹੋਣਗੇ।
ਅੱਜ ਪਿੰਡ ਤਰਖਾਣ ਮਾਜਰਾ ਵਿਖੇ ਸਾਰੀਆਂ ਸਿੱਖ ਸੰਗਤਾਂ, ਸਿੰਘ ਸਾਹਿਬ, ਭਾਈ ਅਮਰੀਕ ਸਿੰਘ ਜੀ ਅਜਨਾਲਾ ਤੇ ਹੋਰ ਇਲਾਕੇ ਦੀਆਂ ਸ਼ਰਧਾਵਾਨ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ ਨੇ, ਜੋ ਕਿ ਇਸ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਤਕਰੀਬਨ 3 ਘਟਨਾਵਾਂ ਹੋ ਚੁੱਕੀਆਂ ਨੇ। ਪਹਿਲਾਂ ਤੂਰਾਂ ਨਗਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਉਸ ਨਗਰ ਦੇ ਬੰਦੇ ਵੱਲੋਂ, ਤੇ ਦੂਸਰਾ ਇਹ ਬਰਡਵਾਲ ਨਗਰ ਦੇ ਰਹਿਣ ਵਾਲਾ ਨੌਜਵਾਨ ਹੈ ਜਿਹੜਾ ਜਿਹਨੇ ਕੱਲ ਪਹਿਲਾਂ ਜੱਲਾ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਅੰਗ ਸੀ ਉਹਨਾਂ ਦੀ ਬੇਅਦਬੀ ਕੀਤੀ। ਉਸ ਤੋਂ ਬਾਅਦ ਉਹਨੇ ਇਸ ਤਰਖਾਣ ਮਾਜਰੇ ਨਗਰ ਦੇ ਵਿੱਚ, ਜੋ ਕਿ 2001 ਦੇ ਵਿੱਚ ਪਹਿਲਾਂ ਇਸ ਸਥਾਨ ਤੇ ਹੀ ਤੇ ਦੁਸ਼ਟ ਲੋਕਾਂ ਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ 6-7 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਤੇ ਪਵਿੱਤਰ ਸਰੂਪ ਅਗਨ ਭੇਟ ਹੋਏ ਸੀ। ਤੇ ਕੱਲ ਵੀ ਉਸ ਦੁਸ਼ਟ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਕਰੀਬਨ 23 ਅੰਗ ਜੋ ਉਸ ਨੇ ਤੇ ਘੋਰ ਬੇਅਦਬੀ ਕੀਤੀ। ਤੇ ਇੱਥੋਂ ਦੇ ਜੋ ਗੁਰਦੁਆਰਾ ਸਾਹਿਬ ਦੇ ਜੋ ਸਿੰਘ ਸਾਹਿਬ ਨੇ, ਗ੍ਰੰਥੀ ਸਿੰਘ ਸਾਹਿਬ, ਤੇ ਉਹਨਾਂ ਨੇ ਬਹੁਤ ਵੱਡਾ ਇੱਕ ਇਹ ਬਹਾਦਰੀ ਵਾਲਾ ਕੰਮ ਕੀਤਾ। ਉਹਨਾਂ ਦੇ ਲੜਕੇ ਤੇ ਸਿੱਖ ਸੰਗਤਾਂ ਨੇ ਇਕੱਠੇ ਹੋ ਕੇ ਉਹ ਦੁਸ਼ਟ ਨੂੰ ਦਬੋਚਿਆ, ਕਿਉਂਕਿ ਜੇਕਰ ਉਹ ਦੌੜ ਜਾਂਦਾ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਨਹੱਥੇ ਲੋਕਾਂ ਦੀ ਕੁੱਟਮਾਰ ਹੋਣੀ ਸੀ। ਪਰੰਤੂ ਜਿਸ ਤਰ੍ਹਾਂ ਸਿੰਘ ਸਾਹਿਬ ਜੀ, ਭਾਈ ਅਮਰੀਕ ਸਿੰਘ ਜੀ ਅਜਨਾਲਾ ਨੇ ਦੱਸਿਆ, ਕਿਉਂਕਿ ਜਿਹੜੀਆਂ ਏਜੰਸੀਆਂ ਨੇ, ਸਰਕਾਰਾਂ ਨੇ, ਉਹ ਇਹੋ ਜਿਹੇ ਲੋਕਾਂ ਨੂੰ ਪਾਲਦੀਆਂ ਨੇ ਸਿੱਖ ਕੌਮ ਤੇ ਸਮੇਂ ਅਨੁਸਾਰ ਇਹ ਜੋ ਅਟੈਕ ਕਰਦੇ ਆਏ ਨੇ। ਅਸੀਂ ਸਾਰੇ ਇਸ ਦੀ ਘੋਰ ਨਿੰਦਾ ਕਰਦੇ ਹਾਂ। ਪਰੰਤੂ ਇੱਕ ਗੱਲ ਦੇਖਣ ਦੇ ਵਿੱਚ ਆਈ ਹੈ, ਜਿਹੜਾ ਫਤਿਹਗੜ੍ਹ ਸਾਹਿਬ ਤੂਰਾਂ ਦੇ ਵਿੱਚ ਹੋਈ ਘਟਨਾ, ਉਹ ਪਿੰਡ ਦਾ ਟੇਲਰ ਸੀ, ਕੱਪੜੇ ਸਿਲਾਈ ਕਰਦਾ ਸੀ, ਉਹਨੂੰ ਵੀ ਅੰਜਾਮ ਦਿੱਤਾ ਗਿਆ ਵੀ ਇਹ ਜਿਹੜਾ ਬੰਦਾ ਹੈ ਇਹ ਜੀ ਪਾਗਲ ਹੈ, ਇਹ ਮੂਰਖ ਬੰਦਾ ਹੈ, ਇਹ ਮੈਡੀਸਨ ਖਾ ਰਿਹਾ ਹੈ। ਇਸ ਬੰਦੇ ਨੂੰ ਵੀ ਦੱਸਿਆ ਜਾ ਰਿਹਾ, ਮੈਂ ਸੁਣਿਆ ਵੀ ਇਸ ਨੂੰ ਵੀ ਕਿਹਾ ਜਾ ਰਿਹਾ ਵੀ ਬੜਾ ਨਸ਼ਾ ਖਾਧਾ ਹੋਇਆ ਸੀ ਜਾਂ ਕਿਸ ਤਰ੍ਹਾਂ। ਇਹਦੇ ਪਿੱਛੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਤੇ ਇਹਦੀ ਘੋਖ ਪੜਤਾਲ ਕੀਤੀ ਜਾਵੇ। ਇਹਦੇ ਪਿੱਛੇ ਕਿਹੜੀ ਏਜੰਸੀ ਦਾ ਕੰਮ ਹੈ, ਕਿਹਨੂੰ ਇਹ ਜੋ ਏਜੰਸੀਆਂ ਨੇ ਕਿਹਨੇ ਟਾਰਗੇਟ ਬਣਾ ਕੇ ਇਸ ਨੂੰ ਭੇਜਿਆ ਗਿਆ ਇਸ ਲੜਕੇ ਨੂੰ, ਇਹਦੀ ਪੂਰੀ ਪੜਤਾਲ ਕੀਤੀ ਜਾਵੇ। ਨਗਰ ਬੈਡਵਾਲ ਤੋਂ ਵੀ ਪੂਰੀ ਪੜਤਾਲ ਕੀਤੀ ਜਾਵੇ ਤੇ ਅੱਗੇ ਵਾਸਤੇ ਅਸੀਂ ਪ੍ਰਸ਼ਾਸਨ ਤੋਂ ਵੀ ਚਾਹੁੰਦੇ ਹਾਂ। ਤੇ ਜੋ ਬਾਬਾ ਜੀ ਨੇ ਕਿਹਾ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ, ਉਹਨਾਂ ਨੂੰ ਵੀ ਤਕਰੀਬਨ ਸਾਰੀਆਂ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਤੇ ਇੱਕ ਨਗਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਸੇਵਾ ਵਾਸਤੇ, ਸੰਭਾਲ ਵਾਸਤੇ ਇੱਕ ਪਹਿਰੇਦਾਰ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ। ਤੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸੰਸਾਰ ਦੇ ਵਿਸ਼ਵ ਦੇ ਗੁਰੂ ਨੇ, ਤੇ ਇਸ ਕਰਕੇ ਸਾਨੂੰ ਲੋੜ ਹੈ ਤੇ ਆਪਾਂ ਸਾਰੇ ਇਹ ਜੋ ਘਟਨਾ ਵਾਪਰੀ ਹੈ ਇਹ ਤੋਂ ਅਸੀਂ ਸਾਰੇ ਹੀ ਤੇ ਥੋੜ੍ਹਾ ਜਿਹਾ ਤੇ ਅਸੀਂ ਆਪਣੇ ਨਗਰਾਂ ਦੇ ਗੁਰਦੁਆਰਾ ਸਾਹਿਬ ਨੇ, ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ, ਭਾਵੇਂ ਪਿੰਡਾਂ ਦੀਆਂ ਕਮੇਟੀਆਂ ਨੇ, ਗੁਰਦੁਆਰਾ ਸਾਹਿਬ ਨੇ, ਪਤਵੰਤੇ ਲੋਕ ਨੇ, ਗੁਰਸਿੱਖ ਨੇ, ਅੰਮ੍ਰਿਤਧਾਰੀ ਨੇ, ਤੇ ਉਹ ਸਾਰੇ ਹੀ ਤੇ ਇਸ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਹੈ ਤੇ ਇਹਨੂੰ ਸਾਰੇ ਹੀ ਆਪਣਾ ਫਰਜ਼ ਸਮਝਣ। ਤੇ ਸਾਰੇ ਹੀ ਜਿਹੜੇ, ਮੈਂ ਤਾਂ ਇਹ ਬੇਨਤੀ ਕਰਾਂਗੇ ਵੀ ਜਿਨ੍ਹਾਂ ਨੇ ਅੰਮ੍ਰਿਤਧਾਰੀ ਨੇ, ਗੁਰਸਿੱਖ ਜਾਂ ਸਹਿਜਧਾਰੀ ਨੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭਾਵਨਾ ਰੱਖਦੇ ਨੇ, ਉਹ ਸਵੇਰੇ ਤੇ ਸ਼ਾਮ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਨਮਸਕਾਰ ਕਰਨ। ਤੇ ਜਿਹੜਾ ਕੋਈ ਅਣਜਾਣ ਬੰਦਾ, ਨਗਰ ਤੋਂ ਬਾਹਰਲਾ ਬੰਦਾ ਕੋਈ ਨਮਸਕਾਰ ਕਰਨ ਵਾਸਤੇ ਆਉਂਦਾ, ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਉਹਦੀ ਘੋਖ ਪੜਤਾਲ ਕਰਨ, ਉਹਨੂੰ ਨਮਸਕਾਰ ਕਰਨ ਆਉਂਦਾ ਤਾਂ ਅੰਦਰ ਜਾਣ। ਜਿੰਨਾ ਚਿਰ ਉਹ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਉਹਦੀ ਪੂਰੀ ਦੇਖ ਰੇਖ ਕਰਨੀ ਚਾਹੀਦੀ ਹੈ। ਸਾਨੂੰ ਅਵੇਸਲਾਪਣ ਛੱਡ ਕੇ ਸਾਨੂੰ ਸਾਰਿਆਂ ਨੂੰ ਤੇ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਸਤੇ ਤੇ ਸਾਨੂੰ ਉਚੇਚੇ ਤੌਰ ਤੇ ਹੁਣ ਸਾਰਿਆਂ ਨੂੰ ਇਹ ਆਪਣਾ ਫਰਜ਼ ਸਮਝਣਾ ਚਾਹੀਦਾ। ਸੋ ਇਸ ਕਰਕੇ ਅਸੀਂ ਉਚੇਚੇ ਤੌਰ ਤੇ ਭਾਈ ਅਮਰੀਕ ਸਿੰਘ ਜੀ ਅਜਨਾਲਾ ਸਿੰਘ ਸਾਹਿਬ ਜੀ, ਜੋ ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ। ਔਰ ਜਿੰਨੀਆਂ ਵੀ ਸੰਗਤਾਂ, ਜਿੰਨੀਆਂ ਸਿੱਖ ਜਥੇਬੰਦੀਆਂ, ਜਿੰਨੀਆਂ ਸੰਗਤਾਂ ਭਾਵਨਾ ਲੈ ਕੇ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਘੋਰ ਬੇਅਦਬੀ ਹੋਈ ਆ, ਪਛਤਾਤਾਪ ਕਰਕੇ ਸੰਗਤਾਂ ਪਹੁੰਚ ਰਹੀਆਂ ਨੇ, ਸਾਰੀਆਂ ਦਾ ਉਚੇਚੇ ਤੌਰ ਤੇ ਅਸੀਂ ਫਤਿਹਗੜ੍ਹ ਸਾਹਿਬ ਦੇ ਸਾਰੀਆਂ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਆ ਤਰਖਾਣ ਮਾਜਰਾ ਜਾਂ ਹੋਰ ਵੀ ਸੁਣਦੇ ਆਲੇ ਦੁਆਲੇ, ਬਹੁਤ ਹੀ ਦਰਦਨਾਕ ਹੈ। ਪਰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਸਾਰੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਕਿ ਜੇ ਆਪਾਂ ਨੇ ਗੁਰਦੁਆਰੇ ਬਣਾਏ ਨੇ ਤਾਂ ਰਾਖੀ ਕਰਨਾ ਵੀ ਸਾਡਾ ਫਰਜ਼ ਹੈ। ਕਿਉਂਕਿ ਸਰੀਰ, ਜਦੋਂ ਗੁਰੂ ਸਾਹਿਬ ਸਰੀਰ ਵਿੱਚ ਸੀ ਨਾ, ਉਦੋਂ ਵੀ ਦੋਖੀ ਉਹਨਾਂ ਨੂੰ ਕਦੇ ਬਰਸ਼ੀ ਮਾਰੀ, 10ਵੇਂ ਪਾਤਸ਼ਾਹ ਦੇ ਤਾਂ ਬਰਸ਼ੀ ਮਾਰਤੀ, ਤੇ ਹੋਰ ਵੀ ਸਰੀਰ ਵਿੱਚ ਜਦੋਂ ਗੁਰੂ ਸੀ ਉਹਨਾਂ ਨੂੰ ਇਹ ਕੀਤਾ ਉਹਨਾਂ ਨੇ।
ਤੇ ਇਹ ਤਾਂ ਦੋਖੀ ਤਾਂ ਸਦਾ ਰਹਿੰਦੇ ਨੇ, ਪਰ ਸਾਡਾ ਫਰਜ਼ ਬਣਦਾ ਸਾਰੇ ਪਿੰਡਾਂ 'ਚ। ਹੁਣ ਦੇਖੋ ਸਾਰੇ ਪਿੰਡਾਂ 'ਚ ਪਹਿਰੇ ਵੀ ਲੱਗ ਜਾਣੇ ਨੇ, ਜਗ੍ਹਾ ਜਗ੍ਹਾ ਪ੍ਰਸ਼ਾਸਨ ਵੀ ਬੈਠਾ, ਮੈਂ ਦੇਖਦਾ ਆ, ਮੇਰੀ ਫਤਿਹਗੜ੍ਹ ਸਾਹਿਬ ਡਿਊਟੀ ਹੈ। ਤੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਹੁਣ ਕਿਆ ਫਾਇਦਾ ਜੇ ਅਸੀਂ ਇਹੀ ਪਹਿਰਾ ਪਹਿਲਾਂ ਦੇ ਦਿੰਦੇ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਨਾ ਹੁੰਦੀ। ਅਸੀਂ ਹੁਣ ਵੀ ਜਾਗਰੂਕ ਹੋਈਏ ਕਿ ਅਸੀਂ ਵਾਰੀ ਪਿੰਡਾਂ 'ਚ ਉਹਨਾਂ ਦੀ ਬਾਰੀ ਬੰਨ੍ਹਦੀ ਹੈ। ਪੰਚਾਇਤਾਂ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਦੀ ਬਾਰੀ ਬੰਨੋ। ਸਾਡੇ ਘਰ ਵਿੱਚ ਕੋਈ ਚੋਰੀ ਹੋ ਜਾਂਦਾ, ਅਸੀਂ ਫੱਟ ਪੈਰਾ ਲਾ ਦਿੰਦੇ। ਸਾਡਾ ਗੁਰੂ ਹੈ ਜੋ ਸਾਰੇ ਸ੍ਰਿਸ਼ਟੀ ਦੀ ਪ੍ਰਿਤ ਪਾਲਣਾ ਕਰਦਾ, ਬਖਸ਼ਣਹਾਰ ਹੈ, ਦੋਖੀ ਨੂੰ ਵੀ ਬਖਸ਼ ਦਿੰਦਾ ਹੈ। ਕਿਉਂਕਿ ਜਿਵੇਂ ਆ ਧੁੱਪ ਪੈਂਦੀ ਹੈ, ਧੁੱਪ ਗੰਦਗੀ ਤੇ ਵੀ ਪਈ ਜਾਂਦੀ ਹੈ, ਇਹ ਸਾਫ਼ ਜਗ੍ਹਾ ਤੇ ਵੀ ਪਈ ਜਾਂਦੀ ਹੈ। ਗੁਰੂ ਤਾਂ ਬਖਸ਼ਣਹਾਰ ਹੈ। ਸੋ ਮੈਂ ਇਹ ਕਹਿੰਦਾ ਵੀ ਗੁਰੂ ਸਾਰੀ ਸ੍ਰਿਸ਼ਟੀ ਨੂੰ ਪਾਲਣਹਾਰ ਹੈ, ਸਾਰੀ ਸ੍ਰਿਸ਼ਟੀ ਦਾ ਇਹ ਖਿਆਲ ਰੱਖਦਾ ਹੈ, ਸਾਡਾ ਖਿਆਲ ਰੱਖਦਾ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿੰਨਾ ਚਿਰ ਸਾਡੇ ਕੋਲ ਸਰੀਰ ਹੈ ਅਸੀਂ ਪਹਿਰਾ ਦਈਏ। ਮਹਾਂਪੁਰਸ਼ਾਂ ਨੇ, ਅਜਨਾਲਾ ਸਾਹਿਬ ਨੇ ਦੱਸਿਆ ਕਿ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਹੁਣ ਦੇਖ ਲਓ ਫਤਿਹਗੜ੍ਹ ਸਾਹਿਬ 2 ਵਰਸ਼ੇ ਵਾਲੇ ਇੱਧਰ ਖੜੇ ਨੇ, 2 ਇੱਧਰ ਖੜੇ ਨੇ, ਆਵੇ ਕਿਹੜਾ ਆਉਂਦਾ? ਕਦੇ ਸੁਣਿਆ ਨਹੀਂ ਵੀ ਬੇਅਦਬੀ ਹੋਈ। ਇਹ ਪਿੰਡਾਂ 'ਚ ਕਿਉਂ ਹੋ ਜਾਂਦੀ ਹੈ? ਕਿਉਂਕਿ ਅਸੀਂ ਰਾਖੀ ਨਹੀਂ ਕਰਦੇ। ਸਾਡਾ ਫਰਜ਼ ਬਣਦਾ ਅਸੀਂ ਪਹਿਰਾ ਦਈਏ, 24 ਘੰਟੇ ਪਹਿਰਾ ਦਈਏ, ਚੰਗੇ ਗ੍ਰੰਥੀ ਰੱਖੀਏ। ਕਈ ਵਾਰੀ ਗ੍ਰੰਥੀਆਂ ਤੋਂ ਵੀ ਬਹੁਤ ਸੁਣਿਆ ਬੇਅਦਬੀ ਹੁੰਦੀ ਹੈ। ਇਹ ਸਾਡਾ ਬਿਜ਼ਨਸ ਬਣ ਗਿਆ। ਕਿਉਂ ਬਣ ਗਿਆ? ਧਰਮ ਤਾਂ ਇੱਕ ਪਾਸੇ ਰਹਿ ਗਿਆ। ਅਸੀਂ ਇਸ ਨੂੰ ਬਿਜ਼ਨਸ ਨਾ ਬਣਾਈਏ, ਚੰਗੇ ਵਧੀਆ ਗ੍ਰੰਥੀ ਰੱਖੀਏ, ਸੂਝਵਾਨ ਜੋ ਸਤਿਕਾਰ ਕਰਦੇ ਨੇ ਚੰਗੇ। ਅਸੀਂ ਪਿੰਡਾਂ ਦੀਆਂ ਪੰਚਾਇਤਾਂ ਜਾਂ ਸ਼ਹਿਰਾਂ 'ਚ ਐਮਸੀਆਂ ਨੂੰ ਮੈਂ ਬੇਨਤੀ ਕਰਦਾ, ਸਰਪੰਚਾਂ ਨੂੰ ਕਰਦਾ ਕਿ ਵਾਰੀ ਸਿਰ ਦੇਖੋ, ਅਸੀਂ ਇੰਨੀ ਸੰਗਤ ਦੇ ਵਿੱਚ ਹੈਗੇ, ਅਸੀਂ ਜੇ 2-2 ਬੰਦੇ ਰੋਜ਼ ਪਹਿਰਾ ਦਈਏ ਤਾਂ ਵਾਰੀ ਪਤਾ ਨਹੀਂ 2 ਮਹੀਨੇ ਬਾਅਦ ਵਾਰੀ ਆਉਣੀ ਹੈ। ਮੈਂ ਇਹੀ ਕਹਿੰਦਾ ਵੀ ਪਹਿਰਾ ਲਾਓ, ਰਖਵਾਲੀ ਕਰੋ। ਗੁਰੂ ਸਾਹਿਬ ਸਾਡੀ ਰਖਵਾਲੀ ਕਰਦੇ ਨੇ, ਜਗ੍ਹਾ ਜਗ੍ਹਾ ਸਾਨੂੰ ਦੇਖੋ ਸਵਾਸ ਦੇ ਰਹੇ ਨੇ, ਜਗ੍ਹਾ ਜਗ੍ਹਾ ਸਾਨੂੰ ਬਚਾਉਂਦੇ ਨੇ। ਉਹ ਅਸੀਂ ਇੱਥੋਂ ਜਾਂਦੇ ਹਾਂ, ਸਾਨੂੰ ਐਕਸੀਡੈਂਟ ਤੋਂ ਵੀ ਬਚਾਉਂਦੇ ਨੇ। ਅਸੀਂ ਕਿਉਂ ਨਹੀਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਪਹਿਰੇਦਾਰ ਅਸੀਂ ਕਿਉਂ ਨਹੀਂ ਰੱਖਦੇ? ਅਸੀਂ ਇਹ ਵੀ ਦੇਖੋ ਇੱਕ ਸੇਵਾ ਬਹੁਤ ਵੱਡੀ। ਅਗਰ ਕੋਈ ਨਹੀਂ ਸੇਵਾ ਕਰਦਾ ਉਸ ਨੂੰ ਤਨਖਾਹ ਤੇ ਰੱਖੋ, ਤਨਖਾਹ ਦਿਓ। ਸ਼੍ਰੋਮਣੀ ਕਮੇਟੀ ਨੇ ਤਨਖਾਹ ਤੇ ਰੱਖੇ ਨੇ ਬੰਦੇ, ਕੋਈ ਆ ਨਹੀਂ ਸਕਦਾ। ਸਗੋਂ ਧੀਆਂ ਭੈਣਾਂ ਦੀ ਰਖਵਾਲੀ ਹੁੰਦੀ ਆ ਉੱਥੇ। ਜੇ ਕੋਈ ਬੈਠ ਕੇ ਕੋਈ ਗੱਲਾਂ ਕਰਦਾ ਉਹਨੂੰ ਫੜ ਕੇ ਪੁੱਛਦੇ ਨੇ, ਭਾਈ ਤੇਰੀ ਕੀ ਲੱਗਦੀ ਹੈ? ਮੈਂ ਇਹੀ ਅਪੀਲ ਕਰਨਾ ਸਾਰਿਆਂ ਨੂੰ ਚਾਹੁੰਦਾ ਵੀ ਦੇਖੋ ਜਿਹੜਾ ਇਹ ਹੋਣਾ ਤੀ ਇਹ ਮੁੜ ਕੇ ਹੱਥ ਨਹੀਂ ਆਉਂਦਾ। ਹੁਣ ਇਹ ਤਾਂ ਹੋ ਗਿਆ। ਹੁਣ 15-20 ਦਿਨ ਮਹੀਨੇ ਵਾਸਤੇ ਪਹਿਰੇ ਵੀ ਲੱਗ ਜਾਣਗੇ, ਪ੍ਰਸ਼ਾਸਨ ਵੀ ਜਗ੍ਹਾ ਜਗ੍ਹਾ ਬੈਠਾ। ਉਸ ਤੋਂ ਬਾਅਦ ਜਦੋਂ ਟਿਕਟਕਾ ਹੋ ਜਾਣਾ, ਪਹਿਰੇ ਹਟ ਜਾਣਗੇ, ਪ੍ਰਸ਼ਾਸਨ ਆਪਣੀ ਡਿਊਟੀ ਹੈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਫਿਰ ਉੱਠ ਖੜਨਾ। 2 ਮਹੀਨੇ 4 ਮਹੀਨੇ ਬਾਅਦ ਫਿਰ ਹੱਥ ਪਾਉਣਗੇ। ਸੋ ਇਸ ਕਰਕੇ ਆਪਾਂ ਨੂੰ ਮੌਕਾ ਨਾ ਦਿਓ। ਆਪਾਂ ਗੁਰੂ ਸਾਹਿਬ ਦੇ ਪਹਿਰਾ ਦਈਏ, ਸੇਵਾ ਕਰੀਏ। ਇਹ ਬਹੁਤ ਵੱਡੀ ਸੇਵਾ ਹੈ। ਜੇ ਅਸੀਂ ਗੁਰਦੁਆਰੇ ਬਣਾਏ ਨੇ ਪਿੰਡਾਂ 'ਚ ਤਾਂ ਰਾਖੀ ਕਰਨਾ ਵੀ ਸਾਡਾ ਫਰਜ਼ ਹੈ। ਅਸੀਂ ਗੁਰੂ ਘਰ ਦੇਖੋ ਆਉਂਦੇ ਹਾਂ ਸਵੇਰੇ ਸ਼ਾਮ, ਤੇ ਉਹ ਦੋਖੀ ਦਾ ਪਤਾ ਨਹੀਂ ਕਿਹੜੇ ਟਾਈਮ ਕਰ ਜਾਵੇ ਆਪਣਾ ਕੰਮ। ਇਹ ਤਾਂ ਚੱਲਦਾ ਪਹਿਲਾਂ ਦੇਖੋ ਕਿੰਨੇ 5-6 ਮਹੀਨੇ ਹੋ ਗਏ ਚੱਲਦੇ ਨੂੰ। ਇਸ ਕਰਕੇ ਮੈਂ ਕਹਿੰਦਾ ਵੀ ਜ਼ਰੂਰ ਭਾਈ ਪਹਿਰੇ ਜ਼ਰੂਰ ਦਿਓ। ਮਹਾਂਪੁਰਸ਼ਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਪਹਿਰੇ ਤੇ ਬਿਨਾਂ ਨਹੀਂ। ਉਹ ਸਾਡਾ ਰਾਖੀ ਕਰਦੇ ਨੇ, ਅਸੀਂ ਮਹਾਰਾਜ ਸਰੂਪ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਉਹ ਬਖਸ਼ਣਹਾਰ ਨੇ, ਇਸ ਕਰਕੇ ਬਹੁਤ ਜ਼ਰੂਰੀ ਹੈ। ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਨਗਰ ਤਰਖਾਣ ਮਾਜਰਾ ਦੇ ਵਿੱਚ ਉਸ ਵਿਅਕਤੀ ਨੇ ਜੋ ਅਸੀਂ ਸ਼ਰਾਰਤੀ ਅਨਸਰ ਕਹਿ ਸਕਦੇ ਹਾਂ, ਪਤਾ ਨਹੀਂ ਉਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ, ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ, ਪਰ ਸਾਡੇ ਤਰਖਾਣ ਮਾਜਰਾ ਦੇ ਵਿੱਚ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ। ਇਹ ਬੜੀ ਦੁਖਦਾਈ ਘਟਨਾ ਹੈ, ਨਾ ਸਹਿਣਯੋਗ ਘਟਨਾ ਹੈ। ਕਿਉਂਕਿ 2001 ਦੇ ਵਿੱਚ ਅਸੀਂ ਪਹਿਲਾਂ ਹੀ ਕਲੰਕਿਤ ਹਾਂ ਤਰਖਾਣ ਮਾਜਰਾ ਨਿਵਾਸੀ। ਕੋ ਮੇਰੀ ਧਰਮ ਪਤਨੀ ਇਸ ਨਗਰ ਦੀ ਸਰਪੰਚ ਆ ਚਰਨਜੀਤ ਕੌਰ, ਇਹ ਸਾਡੇ ਪ੍ਰਧਾਨ ਜੀ ਨੇ। ਸੋ ਮੇਰੀ ਬੇਨਤੀ ਹੈ ਸਾਰੇ ਮੈਂਬਰ ਸਾਹਿਬਾਨ ਨੇ, 2001 ਦੇ ਵਿੱਚ ਉਹ ਘਟਨਾ ਵਾਪਰੀ। ਇਸੇ ਗੁਰੂ ਘਰ ਦੇ ਅੰਦਰ ਗੁਰੂ ਸਾਹਿਬ ਦੇ 7 ਸਰੂਪ ਅਗਨੀ ਭੇਟਾ ਹੋਏ ਨੇ। ਅਸੀਂ ਤਾਂ ਉਦੋਂ ਦੇ ਕਲੰਕਿਤ ਤਰਖਾਣ ਮਾਜਰਾ ਨਿਵਾਸੀ, ਉਦੋਂ ਲੋਕ ਫੜੇ ਵੀ ਨਹੀਂ ਗਏ। ਅੱਧਾ ਪਿੰਡ ਦਾ ਸਾਡੇ ਦਾ ਉਹ ਹਾਲ ਹੋਇਆ ਹੈ ਵੀ ਜਿਹੜੇ ਅੱਜ ਵੀ ਲੋਕਾਂ ਦੇ ਵਿੱਚ ਤੁਰਨ 'ਤੇ ਤਰਸਦੇ ਨੇ ਉਹ ਲੋਕ। ਕਿਉਂਕਿ ਅੱਜ ਜੇਕਰ ਮੈਂ ਬਾਬਾ ਜੀ ਦੇ ਬੇਟੇ ਦਾ ਮੈਂ ਧੰਨਵਾਦ ਕਰਦਾ, ਬਾਬਾ ਜੀ ਦਾ ਧੰਨਵਾਦ ਕਰਦਾ, ਉਹਦੇ ਸਾਥੀਆਂ ਦਾ ਧੰਨਵਾਦ ਕਰਦਾ ਹੈ। ਜੇ ਲੜਕਾ ਨਾ ਫੜਿਆ ਜਾਂਦਾ ਜਿਹੜਾ ਘਿਨਾਉਣੀ ਘਟਨਾ ਕਰਨ ਵਾਸਤੇ ਤਰਖਾਣ ਮਾਜਰਾ ਆਇਆ ਹੈ, ਜੱਲਾ ਕਰਕੇ ਆਇਆ ਹੈ, ਤੇ ਫਿਰ ਸਾਡੇ ਪਿੰਡ ਦਾ ਤੇ ਪਿੰਡ ਦਾ ਨੁਕਸਾਨ ਹੋ ਜਾਣਾ ਸੀ। ਤਾਂ ਕਿ ਮੈਂ ਇਹਨਾਂ ਦਾ ਮੁਬਾਰਕਬਾਦ ਦਿੰਦਾ ਇਹਨਾਂ ਨੂੰ, ਤੁਸੀਂ ਇੰਨਾ ਕੁ ਸਾਡਾ ਸਾਥ ਦਿੱਤਾ, ਨਗਰ ਦਾ ਤੁਸੀਂ ਬਚਾ ਲਿਆ।
ਕਿ ਨਹੀਂ ਤਾਂ ਨਗਰ ਦਾ ਬੁਰਾ ਹਾਲ ਹੋਣਾ ਤੇ ਕਿਹੜੇ ਕੁੱਟ-ਕੁੱਟ ਕੇ ਫੇਰ ਬੁਰਾ ਹਾਲ ਹੋਣਾ ਸੀ। ਸੋ ਮੇਰੀ ਬੇਨਤੀ ਹੈ ਕਿ ਅੱਜ ਅਸੀਂ ਇੱਕ ਪਰਨ ਵੀ ਕਰੀਏ ਕਿ ਗੁਰੂ ਘਰਾਂ ਦੇ ਅੰਦਰ ਪਹਿਰੇ ਦੀ ਗੱਲ ਕੀਤੀ ਹੈ, ਉਹ ਲੋਕ ਵੀ ਵੇਸਲੇ ਨਾ ਹੋਣ, ਪ੍ਰਸ਼ਾਸਨ ਵੀ ਵੇਸਲਾ ਨਾ ਹੋਵੇ। ਜਿਹੜੇ ਲੋਕ ਕਹਿ ਦਿੰਦੇ ਨੇ ਵੀ ਚੱਲ ਪਹਿਰਾ ਹੀ ਆ, ਮੈਂ ਕੀ ਕਰਨਾ ਹੈ, ਕਿਸੇ ਹੋਰ ਦਾ ਲਾ ਦਿਓ, ਮੈਂ ਨਹੀਂ ਲਾਉਣਾ, ਮੇਰੀ ਕੀ ਲੋੜ ਹੈ, ਮੇਰੀ ਕੀ ਜ਼ਰੂਰਤ ਹੈ। ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਵੀ ਇਹ ਗੱਲ ਨਾ ਕਰਿਓ ਜਦੋਂ ਕਿਤੇ ਕੱਲ੍ਹ ਨੂੰ ਆਪਣੇ ਘਰ ਵੀ ਅੱਗ ਲੱਗਦੀ ਹੈ, ਉਦੋਂ ਨਹੀਂ ਅਸੀਂ ਪਹਿਰਾ ਲਾਉਂਦੇ, ਉਦੋਂ ਤੁਸੀਂ ਅਸੀਂ ਦੇਖ ਰੇਖ ਕਰਦੇ। ਅੱਜ ਗੁਰੂ ਘਰ ਆ ਜਿੱਥੋਂ ਅਸੀਂ ਨਤਮਸਤਕ ਹੁੰਦੇ ਹਾਂ, ਜਿੱਥੋਂ ਅਸੀਂ ਆਸ਼ੀਰਵਾਦ ਲੈਂਦੇ ਹਾਂ, ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਦੇ ਨੇ। ਜੇ ਮੈਂ 2 ਸ਼ਬਦ ਬੋਲ ਰਿਹਾ ਤੁਸੀਂ ਕਿਰਪਾ ਨਾਲ ਹੀ ਬੋਲ ਰਹੇ ਹਾਂ ਨਾ। ਜੇ ਸਾਨੂੰ ਕੋਈ ਰੁਤਬੇ ਮਾਣ ਸਤਿਕਾਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਹੀ ਆ ਨਾ। ਨਹੀਂ ਮੇਰੇ ਵਰਗੇ ਇਨਸਾਨ ਕੋਲ ਕੀ ਹੈ। ਮੇਰੀ ਇਹ ਬੇਨਤੀ ਹੈ ਕਿ ਸਾਡੇ ਉਹਨਾਂ ਪਿੰਡਾਂ ਵਿੱਚ ਵੀ ਬੇਨਤੀ ਕਰਦਾ, ਆਪਣੇ ਨਗਰ ਨੂੰ ਵੀ ਬੇਨਤੀ ਕਰਦਾ ਹੈ, ਜਿੱਦਣ ਕਿਸੇ ਦੀ ਪਹਿਰੇ ਵਿੱਚ ਕੋਈ ਮਜਬੂਰੀ ਹੋ ਸਕਦੀ ਹੈ ਉਹਨੂੰ ਅਸੀਂ ਐਡਜਸਟ ਕਰ ਸਕਦੇ ਹਾਂ। ਘੱਟੋ ਘੱਟ ਸਾਨੂੰ ਸਹਿਯੋਗ ਦਿਓ ਤਾਂ ਕਿ ਤਰਖਾਣ ਮਾਜਰਾ ਮੁੜ ਕੇ ਕਲੰਕਿਤ ਨਾ ਹੋਵੇ। ਇਸ ਕਲੰਕਤ ਤੋਂ ਅਸੀਂ ਬਚ ਸਕੀਏ, ਇਹੀ ਮੇਰੀ ਬੇਨਤੀ ਹੈ। ਮੈਂ ਤੁਹਾਡਾ ਸਾਰਿਆਂ ਦਾ, ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮਾਂ ਕੱਢਿਆ। ਉਹਨਾਂ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ੍ਹ ਰੋਡ ਜਾਮ ਕਰਕੇ ਰੱਖਿਆ, ਚਾਹੇ ਸਤਿਕਾਰ ਕਮੇਟੀ ਸਾਹਿਬਾਨ ਦੇ ਮੈਂਬਰ ਸਾਹਿਬਾਨ ਨੇ, ਚਾਹੇ ਹੋਰ ਜਥੇਬੰਦੀਆਂ ਨੇ। ਅੱਜ ਵੀ ਸਾਡੇ ਵਿੱਚ ਸਾਰਾ ਅਮਰੀਕ ਸਿੰਘ ਜਨਾਲਾ ਸਾਹਿਬ ਆਏ ਨੇ, ਹੋਰ ਵੀ ਰੋਹੀਸਰ ਵਾਲੇ ਬਾਬਾ ਜੀ ਦਰਬਾਰਾ ਸਿੰਘ ਜੀ ਆਏ ਨੇ। ਕਹਿਣ ਦਾ ਭਾਵ ਹੋਰ ਵੀ ਜਿੰਨੇ ਵੀ ਸਾਥੀ 'ਚ ਰਾਜਨੀਤਿਕ ਨੇ, ਸਮਾਜਿਕ ਨੇ ਆਏ ਨੇ, ਉਹਨਾਂ ਦਾ ਅਸੀਂ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਕਿ ਇਹ ਦੁੱਖ ਦੀ ਘੜੀ ਹੋਇਆ ਕਰਦੀ ਹੈ। ਪਰਿਵਾਰ ਦਾ ਦੁੱਖ, ਗੁਰੂ ਘਰ ਦੇ ਅੰਦਰ ਜੋ ਵਾਪਰਿਆ ਇਹਦੀ ਤਾਂ ਅਸੀਂ ਨਿੰਦਿਆ ਕਰਨੀ ਹੈ, ਸਹਿਣ ਨਹੀਂ ਕਰਦੇ। ਪਰ ਅਸੀਂ ਇਹ ਕਹਾਂਗੇ ਜਿਸ ਵੀ ਦੁਸ਼ਟ ਨੇ ਕਾਰਾ ਕਰਿਆ, ਜਿਸ ਨੇ ਕਰਾਇਆ, ਉਹਨੂੰ ਸਿੱਖਾਂ ਅੰਦਰ ਲਿਆ ਕੇ ਉਹਨੂੰ ਉਹ ਸਜ਼ਾ ਦਿੱਤੀ ਜਾਵੇ ਤਾਂ ਕਿ ਮੁੜ ਕੇ ਕੋਈ ਜੁਰਤ ਨਾ ਕਰ ਸਕੇ ਵੀ ਮੈਂ ਕੀ ਕਰਨਾ ਗੁਰੂ ਘਰ ਵੱਲ। ਇਸ ਟਾਈਮ ਅਸੀਂ ਮੌਜੂਦ ਹਾਂ ਜੱਲਾ ਪਿੰਡ ਵਿੱਚ, ਜਿੱਥੇ ਕਿ ਕਿਹਾ ਜਾ ਰਿਹਾ ਕਿ ਉਸੇ ਸ਼ਖਸ ਦੇ ਵੱਲੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨੇ ਤਰਖਾਣ ਮਾਜਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਸ ਟਾਈਮ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਹੋਇਆ ਸੀ ਜੀ? ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੇ ਸ਼ਖਸ ਨੇ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਉਹਨਾਂ ਨੇ ਉਹੀ ਸ਼ਖਸ ਨੇ ਇਸ ਗੁਰਦੁਆਰੇ ਦੇ ਵਿੱਚ ਵੀ ਇਹੀ ਘਟਨਾ ਨੂੰ ਅੰਜਾਮ ਦਿੱਤਾ। ਕੀ ਕਹੋਗੇ? ਹਾਂਜੀ ਬਿਲਕੁਲ, ਮਤਲਬ ਜਿਹੜਾ ਸ਼ਖਸ ਤਰਖਾਣ ਮਾਜਰੇ ਵਿੱਚ ਗੁਰੂ ਮਹਾਰਾਜ ਦੀ ਬੇਅਦਬੀ ਕਰਕੇ ਆਏ ਨੇ, ਉਹ ਸਭ ਤੋਂ ਪਹਿਲਾਂ ਇਸ ਜੱਲੇ ਪਿੰਡ ਵਿੱਚ ਆਏ ਸੀਗੇ ਤੇ ਉਹਨਾਂ ਨੇ ਇੱਕਦਮ ਬਾਹਰ ਗੱਡੀ ਰੋਕ ਕੇ ਤੇ ਇੱਕਦਮ ਜਲਦੀ 'ਚ ਅੰਦਰ ਮੱਥਾ ਟੇਕਣ ਵਾਸਤੇ ਗਏ ਨੇ ਔਰ ਜਲਦੀ ਵਿੱਚ ਬਾਹਰ ਆ ਗਏ ਨੇ। ਤੇ ਕੁਝ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਸੀ, ਉਹਦੀ ਕੱਪੜਿਆਂ ਤੋਂ ਪੁਸ਼ਟੀ ਕੀਤੀ ਕਿ ਜੋ ਇੱਥੇ ਜੋ ਬੰਦੇ ਆਏ ਸੀਗੇ ਉਹੀ ਮਤਲਬ ਅੱਗੇ ਤਰਖਾਣ ਮਾਜਰੇ ਪਿੰਡ ਦੇ ਵਿੱਚ ਗਏ ਨੇ। ਤੇ ਉਦੋਂ ਪਤਾ ਲੱਗਦਾ ਕਿ ਉਹ ਇੱਕੋ ਹੀ ਬੰਦਾ ਸੀਗਾ, ਦੋਨਾਂ ਗੁਰੂ ਘਰ ਦੇ ਜਿਹੜੇ ਬੇਅਦਬੀ ਕਰਕੇ ਗਏ ਨੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹੀ ਸ਼ਖਸ ਹੈ ਜਿਹਨੇ ਇਸ ਗੁਰਦੁਆਰੇ ਤੋਂ 2-3 ਕਿਲੋਮੀਟਰ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਇਸ ਘਟਨਾ ਨੂੰ ਅੰਜਾਮ? ਮਤਲਬ ਉਹੀ ਇੱਥੋਂ ਜਿਨ੍ਹਾਂ ਲੋਕਾਂ ਨੇ ਉਹਨੂੰ ਇੱਥੇ ਵੇਖਿਆ ਸੀਗਾ, ਉੱਥੇ ਉਹਨਾਂ ਦੀ ਵੀਡੀਓ ਵੇਖਣ ਤੋਂ ਬਾਅਦ ਕੱਪੜਿਆਂ ਤੋਂ ਪੁਸ਼ਟੀ ਕੀਤੀ ਜਾਂ ਉਹਨਾਂ ਦੇ ਸ਼ਨਾਖਤੀ ਕੀਤੀ ਗਈ ਉਹਦੀ, ਤੇ ਉਸ ਤੋਂ ਇਹਨਾਂ ਤੋਂ ਵੀ ਮਤਲਬ ਪਤਾ ਲੱਗਿਆ ਵੀ ਉਹੀ ਸ਼ਖਸ ਹੋ ਸਕਦਾ ਜਿਹੜਾ ਉੱਥੇ ਵੀ ਕਰਕੇ ਆਇਆ ਬੇਅਦਬੀ। ਕਿਹਾ ਜਾ ਰਿਹਾ ਕਿ ਜਿਹੜਾ ਇਹ ਸ਼ਖਸ ਸੀ ਇਹ ਮੰਦਬੁੱਧੀ ਕਿਹਾ ਜਾ ਰਿਹਾ, ਕੀ ਲੱਗਦਾ? ਨਹੀਂ, ਕੋਈ ਇਦਾਂ ਦੀ ਗੱਲ ਲੱਗੀ ਨਹੀਂ ਉਹਦੇ ਵਿੱਚ। ਮਨਬੁੱਧੀ ਹੁੰਦਾ ਤਾਂ ਜੇ ਇੰਨੀ ਦੂਰੋਂ ਸਫ਼ਰ ਕਰਕੇ ਵੀ ਆਇਆ, ਰਸਤੇ ਵਿੱਚ ਗੱਡੀ ਕਿਤੇ ਵੀ ਲੱਗ ਸਕਦੀ ਜਾਂ ਕੁਝ ਵੀ, ਇਹ ਕੋਈ ਕਿਸੇ ਦੀ ਚਾਲ ਜਾਂ ਕੋਈ ਕੁਝ ਹੋ ਸਕਦਾ ਇਦਾਂ। ਮਤਲਬ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੌਣ ਮੌਜੂਦ? ਉਸ ਟਾਈਮ ਦੇ ਵਿੱਚ ਇੱਥੇ ਕੁਝ ਮਤਲਬ ਕਾਰਡ ਬਣਾ ਰਹੇ ਸੀ ਜਾਂ ਕੁਝ ਪਿੰਡ ਦੇ ਕੁਝ ਲੋਕ ਹੈ ਸੀ ਇਸ ਉਦੋਂ, ਤੇ ਉਹਦੇ ਇੱਕਦਮ ਮਤਲਬ ਬਾਹਰ ਤੋਂ ਗੱਡੀ ਬਾਹਰ ਖੜੀ ਕਰ ਗੱਡੀ ਸਟਾਰਟ ਰੱਖੀ ਸੀ ਉਹਨਾਂ ਨੇ, ਇੱਕਦਮ ਹੀ ਅੰਦਰ ਮਤਲਬ ਮੱਥਾ ਟੇਕਣ ਵਾਸਤੇ ਗਏ ਔਰ ਬੇਅਦਬੀ ਕਰਕੇ ਇੱਕਦਮ ਬਾਹਰ ਗੱਡੀ 'ਚ ਚਲੇ ਗਏ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਜੋ ਵੀ ਅਪਰਾਧੀ ਨੇ ਜੋ ਮਤਲਬ ਬੇਅਦਬੀ ਕੀਤੀ ਉਹਨੂੰ ਵੀ ਕਾਨੂੰਨ ਦੇ ਆਧਾਰ ਤੇ ਜੋ ਵੀ ਸਜ਼ਾ ਹੈ ਉਹਨੂੰ ਮਿਲਣੀ ਚਾਹੀਦੀ ਹੈ। ਸੋ ਇਹ ਸਨ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਵੀ ਦੋਸ਼ੀ ਹੈ ਉਸ ਨੂੰ ਬਣਦੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਸਿਮਰਨ ਕੌਰ, ਰੰਗਲਾ ਟੀਵੀ।